ਸਤਿ ਸ਼੍ਰੀ ਅਕਾਲ ਜੀ। ਪੰਜਾਬ ਸਟਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ। ਅੱਜ ਅਸੀਂ ਹਾਜ਼ਰ ਹਾਂ ਜੀ ਪ੍ਰੋਗਰਾਮ ਸਪੈਸ਼ਲ ਰਿਪੋਰਟ ਲੈ ਕੇ, ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਹੀ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਹਾਂ। ਤੇ ਮੇਰੀ ਚਰਚਾ ਦੇ ਨਾਲ ਸ਼ਾਮਲ ਹੁੰਦੇ ਆ ਪਰਮਜੀਤ ਸੇਠੀ ਜੀ, ਤੇ ਅਸੀਂ ਦੋਵੇਂ ਜਣੇ ਹਰ ਇੱਕ ਜਿਹੜਾ ਮੁੱਦਾ ਭਖ ਰਿਹਾ ਹੁੰਦਾ ਉਹਦੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਦੀਆਂ ਬਰੀਕੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਮੁੱਦੇ ਦੇ ਵਿੱਚ ਅਸਲ ਦੇ ਵਿੱਚ ਕੀ ਗੱਲ ਹੈ ਤੇ ਕੀ ਬਾਤ ਹੈ। ਤੇ ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜੀ ਇੱਕ ਐਸਾ ਭਖਦਾ ਮੁੱਦਾ ਜਿਹਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਵਿੱਚ ਤੇ ਬਹੁਤ ਸਾਰੇ ਪੰਜਾਬ ਦੇ ਲੋਕਾਂ ਵਿੱਚ ਵੀ ਚਰਚਾ ਛਿੜੀ ਹੋਈ ਹੈ। ਪਿਛਲੀ ਲੰਘੀ 8 ਮਾਰਚ ਨੂੰ ਪੰਜਾਬ ਸਰਕਾਰ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਤੇ ਇਹ ਬਜਟ ਦੇ ਵਿੱਚ ਬਹੁਤ ਸਾਰੀਆਂ ਲੋਕ ਲੁਭਾਵਣ ਵਾਲੀਆਂ ਗੱਲਾਂ ਗਈਆਂ। ਜਦੋਂ ਸਰਕਾਰ ਨੇ ਜਿੱਥੇ ਬਹੁਤ ਵੱਡਾ ਐਲਾਨ ਕਰਦੇ ਗੱਲ ਕਹੀ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਬਿਲਕੁਲ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਤੇ ਉੱਥੇ ਹੋਰ ਵੀ ਬਹੁਤ ਸਾਰੇ ਵੱਡੇ ਵਾਅਦੇ ਤੇ ਵੱਡੀਆਂ ਗੱਲਾਂ ਕਹੀਆਂ ਗਈਆਂ। ਅਸੀਂ ਅੱਜ ਇਸੇ ਬਜਟ ਦੇ ਉੱਪਰ ਚਰਚਾ ਕਰਾਂਗੇ ਕਿ ਇਹ ਬਜਟ ਸਿਰਫ ਲੋਕ ਲੁਭਾਵਣ ਨਹੀਂ ਦਿਖ ਰਿਹਾ ਜਾਂ ਇਸ ਬਜਟ ਦੇ ਵਿੱਚ ਅਸਲੀਅਤ ਦੇ ਤੌਰ ਤੇ ਵੀ ਕੋਈ ਨਾ ਕੋਈ ਲੋਕਾਂ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ। ਪਰਮਜੀਤ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਬਜਟ ਦੇ ਵਿੱਚ ਕੀ ਕਹਾਣੀ ਹੈ ਤੇ ਕੀ ਗੱਲ ਹੈ ਤੇ ਕੀ ਬਾਤ ਹੈ। ਤੇ ਆਓ ਕਰਦੇ ਹਾਂ ਜੀ ਗੱਲ। ਪਰਮਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਤੇ ਆਪਾਂ ਅੱਜ ਬਜਟ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕਰਾਂਗੇ। ਪੰਜਾਬ ਸਟਾਰ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਜੀਤ ਜੀ ਕਿਵੇਂ ਦੇਖ ਰਹੇ ਹੋ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਤੇ ਤੁਹਾਡੀ ਜਿਹੜੀ ਨਜ਼ਰ ਦੇ ਵਿੱਚ ਹੈ ਇਹ ਬਜਟ ਆਮ ਲੋਕਾਂ ਲਈ ਕੋਈ ਸਹੂਲਤਾਂ ਵਾਲਾ ਹੈਗਾ ਜਾਂ ਸਿਰਫ ਸਰਕਾਰ ਦਾ ਜਿਹੜਾ ਉਹ ਅੰਕੜਿਆਂ ਦੀ ਖੇਡ ਹੁੰਦੀ ਉਹੀ ਹੈ? ਨਹੀਂ, ਇਸ ਵਾਰ ਦਾ ਬਜਟ ਪਿਛਲੇ 3 ਸਾਲਾਨਾ ਬਜਟਾਂ ਤੋਂ ਅਲੱਗ ਹੋਇਆ। ਪਿਛਲੇ 3 ਸਾਲ ਦੇ ਬਜਟ ਤਕਰੀਬਨ ਹਰੇਕ ਵਾਰ ਨੂੰ ਨਾਰਾਜ਼ਗੀ ਹੋਈ ਦਿੰਦੇ ਸੀ, ਕੋਈ ਖਾਸ ਗੱਲਾਂ ਨਹੀਂ ਸੀ ਉਹ 'ਚ ਲਿਆਂਦੀਆਂ। ਪਰ ਇਸ ਵਾਰ ਦਾ ਬਜਟ ਕਾਫੀ ਅਲੱਗ ਆ, ਇਸ ਦੀ ਰਾਸ਼ੀ ਵੀ ਕਾਫੀ ਵੱਧ ਗਈ ਆ ਤੇ ਕੋਸ਼ਿਸ਼ ਕੀਤੀ ਹੈ ਗੌਰਮੈਂਟ ਨੇ ਕਿ ਹਰੇਕ ਖੇਤਰ ਨੂੰ ਇਸ 'ਚ ਲਿਆਂਦਾ ਜਾਵੇ। ਤਾਂ ਹੀ ਓਪੋਜੀਸ਼ਨ ਵੀ ਜਾਂ ਹਰੇਕ ਆਮ ਵਰਗ ਦਾ ਇਨਸਾਨ ਵੀ ਇਹਨੂੰ ਚੋਣਾਂ ਦੇ ਆਲੇ ਦੁਆਲੇ ਘੁੰਮਦਾ ਬਜਟ ਹੀ ਦੱਸ ਰਿਹਾ ਵੀ ਅਗਲੇ ਸਾਲ ਚੋਣਾਂ, ਉਹਦਾ ਫਾਇਦਾ ਲੈਣ ਲਈ ਸ਼ਾਇਦ ਗੌਰਮੈਂਟ ਨੇ ਕਾਫੀ ਅੰਕੜਿਆਂ 'ਚ ਤਬਦੀਲੀਆਂ ਆਈਆਂ। ਇਹਦੀਆਂ ਬਜਟ 'ਚ ਵਾਧਾ ਵੀ ਕਾਫੀ ਕੀਤਾ ਗਿਆ ਪਿਛਲੇ ਸਾਲ ਨਾਲੋਂ। ਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਹਰੇਕ ਦਾਇਰੇ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਅੱਗੇ 3 ਸਾਲਾਂ 'ਚ ਕਾਫੀ ਖੇਤਰਾਂ ਨੂੰ ਨੈਗਲੈਕਟ ਕੀਤਾ ਜਾਂਦਾ ਸੀ, ਪਾਣੀ ਤੇ ਬਿਜਲੀ ਤੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ ਜਾਂਦਾ। ਇਸ ਵਾਰ ਬਿਜਲੀ ਤੇ ਵੀ, ਕਰਜ਼ਾ ਮਾਫੀ ਤੇ ਵੀ, ਪਾਣੀ ਤੇ ਵੀ, ਔਰਤਾਂ ਲਈ ਵੀ, ਮਤਲਬ ਕੁੱਲ ਬਜਟ ਲਾ ਕੇ ਕਿ ਬਾਕੀ ਬਜਟਾਂ ਨਾਲੋਂ ਅਲੱਗ ਦਿਖ ਰਿਹਾ। ਤੁਹਾਡੀ ਨਜ਼ਰ ਦੇ ਵਿੱਚ ਪਹਿਲਾਂ ਤਾਂ ਆਪਾਂ ਦਰਸ਼ਕਾਂ ਦੇ ਨਾਲ ਉਹੀ ਗੱਲ ਕਰਾਂਗੇ ਜਿਹੜੀਆਂ ਚੰਗੀਆਂ ਗੱਲਾਂ, ਕਿਉਂਕਿ ਆਪਾਂ ਨੂੰ ਪਤਾ ਲੱਗ ਜੇ ਵੀ ਭਾਈ ਚੰਗਾ ਵੀ ਕੁਝ ਸਰਕਾਰ ਨੇ ਕੀਤਾ ਕਿ ਨਹੀਂ ਕੀਤਾ। ਚੰਗੀਆਂ ਗੱਲਾਂ ਤੁਹਾਡੀ ਨਜ਼ਰ ਦੇ ਵਿੱਚ ਕਿਹੜੀਆਂ ਬਜਟ ਦੀਆਂ ਇਸ ਦੀਆਂ? ਸਭ ਤੋਂ ਪਹਿਲੀ ਉਪਲਬਧੀ ਤਾਂ ਇਹੀ ਹੈ ਕਿ ਇਸ 'ਚ 12% ਪਿਛਲੇ ਸਾਲ ਨਾਲੋਂ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਨਾਲੋਂ ਜਿਹੜੀ ਇਸ ਵਾਰ ਦੀ ਰਾਸ਼ੀ ਆ ਉਹ 1,68,000 ਸਮਥਿੰਗ ਕਰੋੜ ਦੀ ਹੈ ਤੇ ਪਿਛਲੇ ਸਾਲ ਨਾਲੋਂ 12% ਉਸ 'ਚ ਵਾਧਾ ਕੀਤਾ ਗਿਆ ਹੈਗਾ। ਪਰ ਉਹਦੇ ਨਾਲ ਹੀ ਸਾਡਾ ਥੋੜਾ ਜਿਹਾ ਕਰਜ਼ਾ ਵੀ ਵਧਣ ਦਾ ਅਨੁਮਾਨ ਲਗਾਇਆ ਜਾਂਦਾ ਹੈਗਾ। ਬਾਕੀ ਹੋਰ ਚੰਗੀਆਂ ਗੱਲਾਂ ਇਹ 'ਚ ਅੰਕੜੇ, ਸਾਰੇ ਅੰਕੜੇ ਅੱਜ ਮੇਰੇ ਕੋਲ ਇੱਥੇ ਹਾਜ਼ਰ ਨੇ, ਤੁਹਾਨੂੰ ਅੰਕੜੇ ਗਿਣ ਕੇ ਸੁਣਾਉਣਾ। ਖੇਤੀਬਾੜੀ ਬਜਟ ਇਸ ਵਾਰ 4777 ਕਰੋੜ ਦਾ ਰੱਖਿਆ ਗਿਆ, ਜਿਹਦੇ ਨਾਲ ਅਰਥ ਵਿਵਸਥਾ 'ਚ 32% ਵਾਧਾ ਹੋਣ ਦਾ ਅਨੁਮਾਨ ਲਾਇਆ ਜਾਂਦਾ ਹੈਗਾ। ਪਿਛਲੇ ਇਹੀ ਸਾਲ 3 ਸਾਲਾਂ ਨੂੰ ਦੇਖਿਆ ਜਾਂਦਾ ਸੀ ਵੀ ਰੈਵਨਿਊ ਵੀ ਨਾਲ ਨਹੀਂ ਸੀ ਵੱਧਦਾ ਪਿਆ, ਸਾਨੂੰ ਕਰਜ਼ਾ ਰੱਖਿਆ। ਇਸ ਵਾਰ ਵੀ ਵਧਣ ਦਾ ਅਨੁਮਾਨ ਲਾਈ ਜਾਂਦੇ ਆ, ਪਰ ਕਰਜ਼ਾ ਵਧਾ ਕੇ ਬਜਟ ਵਧਾਉਣਾ ਕੋਈ ਚੰਗੀ ਗੱਲ ਨਹੀਂ ਹੁੰਦੀ। ਜਦੋਂ ਅਗਲੀਆਂ ਗੌਰਮੈਂਟਾਂ ਆਉਂਦੀਆਂ ਉਹ ਇਹੀ ਤਾਂ ਹੀ ਕਹਿੰਦੀਆਂ ਵੀ ਖਜ਼ਾਨੇ ਖਾਲੀ ਆ ਜੀ, ਖਜ਼ਾਨੇ ਖਾਲੀ ਆ। ਇਸ ਵਾਰ ਤਾਂ ਸੈਂਟਰਲ ਗੌਰਮੈਂਟ ਨੇ ਕਰਜ਼ੇ ਤੇ ਵਿਆਜ ਦੀ ਦਰ ਵੀ 3 ਤੋਂ 5% ਕਰਤੀ ਹੈ। ਪੇਂਡੂ ਵਿਕਾਸ ਲਈ 2205 ਕਰੋੜ ਚਲਾਇਆ ਗਿਆ। ਖੈਰ ਪੇਂਡੂ ਵਿਕਾਸ ਤਾਂ ਪਿਛਲੇ 3 ਸਾਲਾਂ 'ਚ ਵੀ ਕਾਫੀ ਹੋਇਆ। ਕਾਫੀ ਪਿੰਡਾਂ ਨੂੰ ਜਦੋਂ ਨਗਰ ਪੰਚਾਇਤ ਬਣਾਤੀ ਸੀ ਪਿਛਲੀ ਸਰਕਾਰ ਨੇ, ਤਾਂ ਉਸ ਤੋਂ ਬਾਅਦ ਗਲੀਆਂ ਨਾਲੀਆਂ, ਇੰਟਰਲੌਕ ਟਾਈਲਾਂ ਦਾ ਜਾਂ ਵਾਟਰ ਟਰੀਟਮੈਂਟ ਪਲਾਂਟ ਵਗੈਰਾ ਲੱਗਿਆ, ਸਟਰੀਟ ਲਾਈਟਾਂ ਲੱਗੀਆਂ। ਇਹਨਾਂ ਚੀਜ਼ਾਂ 'ਚ ਕਾਫੀ ਪਿਛਲੇ 3 ਸਾਲਾਂ 'ਚ ਵੀ ਵਾਧਾ ਹੋਇਆ ਸੀ। ਸਿੰਚਾਈ ਤੇ ਹੜ੍ਹ ਕੰਟਰੋਲ ਲਈ 1603 ਕਰੋੜ ਰੁਪਏ ਦਾ ਬਜਟ ਆ। ਬਿਜਲੀ ਲਈ 197.25 ਕਰੋੜ ਦਾ ਬਜਟ ਇਸ ਵਾਰ ਰੱਖਿਆ ਗਿਆ, ਜੋ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ। ਇਸ ਵਾਰ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 4650 ਕਰੋੜ ਦਾ ਅਲੱਗ ਤੋਂ ਬਜਟ ਇੱਕ ਰੱਖਿਆ ਗਿਆ ਹੈਗਾ। ਉਸ ਤੋਂ ਅੱਗੇ ਮੈਂ ਜਾਣਾ ਚਾਹੂੰਗਾ ਉਦਯੋਗ ਤੇ ਖਣਿਜ, 144.43 ਕਰੋੜ ਦਾ ਬਜਟ ਹੈ ਇਸ ਵਾਰ ਉਸਦਾ। ਇਹਦੇ 'ਚ ਉਦਯੋਗਾਂ ਦੀ ਕਰਜ਼ਾ ਮਾਫੀ ਵੀ ਐਤਕੀ ਲਿਆਂਦੀ ਗਈ ਆ। ਅੱਛਾ।
ਜੀ ਹਾਂ, ਕਿਸਾਨਾਂ ਦੇ ਨਾਲ ਉਦਯੋਗਾਂ ਨੂੰ, ਕਿਉਂਕਿ ਕੋਵਿਡ ਦੇ ਨਾਲ ਹਰੇਕ ਉਦਯੋਗ ਡਾਊਨਫਾਲ ਤੇ ਜਾ ਰਿਹਾ ਸੀ, ਤਾਂ ਉਹਨਾਂ ਨੂੰ ਉਠਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਸੀਗਾ। ਹਾਲਾਂਕਿ ਮਨਪ੍ਰੀਤ ਬਾਦਲ ਜੀ ਨੇ ਦੱਸਿਆ ਕਿ ਸਾਲ ਦਾ ਇੱਕ ਵੀ ਦਿਨ ਇਹੋ ਜਿਹਾ ਨਹੀਂ ਆਇਆ ਜਦੋਂ ਸਾਡੇ ਤੇ ਓਵਰਡਰਾਫਟ ਹੋਵੇ। ਰਿਜ਼ਰਵ ਬੈਂਕ ਦਾ ਕੋਈ ਵੀ ਓਵਰਡਰਾਫਟ ਨਹੀਂ ਹੋਇਆ ਸਾਡੇ ਤੇ। ਕੋਵਿਡ ਨੇ ਮਹਾਮਾਰੀ ਨੇ ਅਰਥ ਵਿਵਸਥਾ ਹਰੇਕ ਦੇਸ਼ ਦੀ, ਇਕੱਲੇ ਸੂਬੇ ਦੀ ਨਹੀਂ, ਹਰੇਕ ਦੇਸ਼ ਦੀ ਅਰਥ ਵਿਵਸਥਾ ਤੇ ਮਾਰ ਪਾਈ ਆ। ਫਿਰ ਵੀ ਇਹਨੂੰ ਉਪਲਬਧੀ ਗਿਣਾਂਗੇ ਕਿ ਸਾਡਾ ਕੋਈ ਓਵਰਡਰਾਫਟ ਨਹੀਂ ਆ। ਅੱਗੇ ਚੱਲਾਂਗੇ, ਟਰਾਂਸਪੋਰਟ ਐਤਕੀ ਮੇਨ ਮੁੱਦਾ ਬਣਿਆ ਹੋਇਆ। ਟਰਾਂਸਪੋਰਟ ਤੇ 1731 ਕਰੋੜ ਦਾ ਬਜਟ, 31.94 ਕਰੋੜ ਦਾ ਬਜਟ ਲਿਆਂਦਾ, ਜਿਹਦੇ 'ਚ ਕਾਫੀ ਨਵੀਆਂ ਚੀਜ਼ਾਂ, ਔਰਤਾਂ ਨੂੰ ਫ੍ਰੀ ਬੱਸ ਸਰਵਿਸ ਦੇਣੀ, ਜਾਂ ਸ਼ਾਇਦ ਰੋਡਵੇਜ਼ ਦੀਆਂ ਬੱਸਾਂ 'ਚ ਗਿਣਤੀ ਵਧਾਉਣ ਦਾ ਵੀ ਸੋਚ ਰਹੀ ਹੋਵੇ ਗੌਰਮੈਂਟ, ਕਿਉਂਕਿ ਵੱਡੇ ਬੱਸ ਸਟੈਂਡਾਂ 'ਚ ਦੇਖੇ ਤਾਂ ਇੱਕ ਰੋਡਵੇਜ਼ ਹੁੰਦੀ ਆ, ਪਿੱਛੇ 3 ਟਾਈਮ ਪ੍ਰਾਈਵੇਟਾਂ ਦੇ ਹੁੰਦੇ ਹੈਗੇ, ਤਾਂ ਉਹਦੇ ਨਾਲ ਜੋ ਸਵਾਰੀ ਰੋਡਵੇਜ਼ ਤੇ ਚੜ੍ਹਨੀ ਹੁੰਦੀ ਆ ਉਹ ਵੀ ਪ੍ਰਾਈਵੇਟ ਖਿੱਚ ਕੇ ਲੈ ਜਾਂਦੇ ਆ। ਅੱਗੇ ਵਿਗਿਆਨ, ਤਕਨੀਕ ਤੇ ਵਾਤਾਵਰਣ ਤੇ 420 ਕਰੋੜ ਦਾ ਬਜਟ ਰੱਖਿਆ। ਹੋ ਸਕਦਾ ਵੀ ਜਿਹੜਾ ਵਿਗਿਆਨ ਤੇ ਤਕਨੀਕ ਤੇ ਵਾਤਾਵਰਣ ਨੂੰ ਤਿੰਨਾਂ ਨੂੰ ਜੋੜਿਆ ਤਾਂ ਪਰਾਲੀ ਦੇ ਮਸਲੇ ਤੇ ਕੋਈ ਕੰਮ ਕਰਨਾ ਹੋਵੇ। ਅੱਗੇ ਜਿਹੜੇ ਸਾਡੇ ਸਿੱਖਿਅਕ ਅਦਾਰੇ ਆ, ਪੰਜਾਬੀ ਯੂਨੀਵਰਸਿਟੀ ਕਾਫੀ ਘਾਟੇ ਚੱਲਦੀ ਸੀ, 500 ਕਰੋੜ ਦਾ ਘਾਟਾ ਸੀ। 90 ਕਰੋੜ ਦਾ ਯੋਗਦਾਨ ਇਸ ਬਜਟ ਤੋਂ ਉਹਨੂੰ ਮਿਲਿਆ। ਚਲੋ 500 ਕਰੋੜ ਨਹੀਂ ਤਾਂ ਇੱਕ ਸਟੈਪ ਤਾਂ ਚੱਕਿਆ ਗਿਆ, ਕੁਛ ਤਾਂ ਹਾਲਾਤ ਸੁਧਰਨਗੇ। ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਕਾਫੀ ਟਾਈਮ ਧਰਨਾ ਲਾਇਆ ਸੀ ਵੀ ਇਹਨੂੰ ਘਾਟੇ ਤੋਂ ਬਾਹਰ ਕੱਢਿਆ ਜਾਵੇ। ਕਮਜ਼ੋਰ ਵਰਗ ਲਈ 5 ਕਿਲੋ ਆਟਾ, ਛੋਟੀਆਂ ਮੋਟੀਆਂ ਸਕੀਮਾਂ ਜੋ ਅਗਲੇ, ਇਹ ਜੋ ਸਕੀਮਾਂ ਜਿਵੇਂ ਔਰਤਾਂ ਨੂੰ ਫ੍ਰੀ ਬੱਸ ਟਿਕਟ ਦੇਣੀ, 5 ਕਿਲੋ ਆਟਾ ਦੇਣਾ, ਇਹ ਸੰਕੇਤ ਦਿੰਦੀਆਂ ਵੀ ਬਜਟ ਅਗਲੇ ਆਉਣ ਵਾਲੇ ਸਾਲ ਦੀਆਂ ਇਲੈਕਸ਼ਨ ਤੇ ਹੀ ਢੁਕਦਾ ਸਾਰਾ ਬਜਟ। ਮਤਲਬ ਕਿ ਇਹ ਜਿਹੜਾ ਬਜਟ ਹੈ ਉਹ ਲੋਕ ਸਹੂਲਤਾਂ ਨੂੰ ਇਲੈਕਸ਼ਨ ਦੇ ਧਿਆਨ ਵਿੱਚ ਰੱਖਦੇ ਹੋਏ ਦਿੱਤਾ ਗਿਆ, ਤੇ ਪਿਛਲੇ 3 ਸਾਲ ਇਲੈਕਸ਼ਨ ਨੇੜੇ ਨਹੀਂ ਸੀ ਤੇ ਇਸ ਲਈ ਹਰ ਇੱਕ ਨੂੰ ਹੀ ਅਣਗੌਲਿਆ ਕੇ ਰੱਖਿਆ। ਤੇ ਪਰਮਜੀਤ ਜੀ, ਤੁਸੀਂ ਗੱਲ ਕੀਤੀ ਹੈ ਖੇਤੀਬਾੜੀ ਦੇ ਵਿੱਚ ਤੇ ਕਰਜ਼ੇ ਦੀ ਮਾਫੀ ਦੀ ਵੀ ਗੱਲ ਕੀਤੀ ਹੈ, ਉਹਦੇ ਲਈ ਵੀ ਇੱਕ ਵੱਡੀ ਰਕਮ ਰੱਖੀ ਗਈ ਹੈ, ਤੇ ਉਦਯੋਗਾਂ ਦੇ ਕਰਜ਼ੇ ਮਾਫੀ ਦੀ ਵੀ ਗੱਲ ਕਹੀ ਗਈ ਹੈ। ਮੈਂ ਇਹਨਾਂ ਦੇ ਨਾਲ ਇੱਕ ਹੋਰ ਨੁਕਤਾ ਤੁਹਾਡੇ ਸਾਹਮਣੇ ਉਠਾਉਣਾ ਚਾਹੁੰਦਾ ਹੈਗਾ ਜੀ। ਕਿਸਾਨ ਵੀ ਕਰਜ਼ਾਈ ਹੈ, ਉਦਯੋਗ ਵੀ ਕਰਜ਼ਾਈ ਹੈ, ਤੇ ਕਰੋਨਾ ਮਹਾਮਾਰੀ ਦੇ ਵਿੱਚ ਤਾਂ ਇਹ ਹਾਲਤ ਭਿਅੰਕਰ ਹੀ ਹੁੰਦੀ ਗਈ। ਤੇ ਇੱਕ ਪੱਖ ਹੋਰ ਹੈ ਜੀ, ਇੱਕ ਮਜ਼ਦੂਰ ਵਰਗ ਵੀ ਬਹੁਤ ਵੱਡਾ ਕਰਜ਼ਾਈ ਹੈ ਜੀ। ਉਹਨਾਂ ਲਈ ਇਹ ਗੱਲ ਸੋਚੀ ਨਹੀਂ ਜਾ ਰਹੀ ਕਿਸੇ ਵੀ ਬਜਟ 'ਚ ਤੇ ਕਿਸੇ 'ਚ ਵੀ, ਤੇ ਇਹ ਹੋ ਐਤਕੀ ਜ਼ਰੂਰੀ ਸੀ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਇਹਦੇ ਉੱਤੇ ਵੀ ਕੁਛ ਨਾ ਕੁਛ। ਇਸ ਵਾਰ ਜੋ ਕਰਜ਼ਾ ਮਾਫੀ ਕਿਸਾਨ ਨਾਲ ਹੀ ਰੱਖੀ ਆ, ਉਹਦੇ 'ਚ ਨਾਲ ਹੀ ਮਜ਼ਦੂਰ ਵਰਗ ਨੂੰ ਵੀ ਜੋੜਿਆ ਗਿਆ। ਬੇਜ਼ਮੀਨੇ ਕਿਸਾਨ ਤੇ ਬੇਜ਼ਮੀਨੇ ਮਜ਼ਦੂਰ, ਉਹਨਾਂ ਨੂੰ ਕਰਜ਼ਾ ਮਾਫੀ 'ਚ ਲਿਆਂਦਾ ਗਿਆ। 562 ਕਰੋੜ ਰੁਪਇਆ ਬੇਜ਼ਮੀਨੇ ਮਜ਼ਦੂਰਾਂ ਲਈ ਵੀ ਇਸ ਵਾਰ ਰਾਖਵਾਂ ਰੱਖਿਆ ਗਿਆ ਹੈਗਾ। ਤਾਂ ਹੀ ਮੈਂ ਕਿਹਾ ਸੀ ਵੀ ਹਰੇਕ ਵਰਗ ਨੂੰ, ਜਿੰਨੇ ਪਿਛਲੇ 3 ਸਾਲਾਂ ਤੋਂ ਨੈਗਲੈਕਟ ਹੁੰਦੇ ਸੀ, ਉਹਨਾਂ ਨੂੰ ਵੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਜੋ ਅਗਲੇ ਸਾਲ ਇਲੈਕਸ਼ਨ ਤੇ ਇਹਦਾ ਚੰਗਾ ਪ੍ਰਭਾਵ ਪੈ ਸਕੇ। ਵਪਾਰੀ ਵਰਗ ਹਮੇਸ਼ਾ ਸਰਕਾਰ ਤੋਂ ਨਾਰਾਜ਼ ਰਿਹਾ। ਸਰਕਾਰ ਨੇ ਇੱਕ ਸਭ ਤੋਂ ਵੱਡਾ ਬਿਜਲੀ ਦਾ ਜਿਹੜਾ ਵਪਾਰ ਤੇ ਆਮ ਗਰੀਬ ਲੋਕਾਂ ਦਾ ਤਬਕਾ ਹੈ ਨਾ, ਉਹ ਇਹ ਸਰਕਾਰ ਤੇ ਨਾਰਾਜ਼ ਹੁੰਦਾ ਸੀ ਬਿਜਲੀ ਦੀਆਂ ਦਰਾਂ ਦੇ ਵਾਧੇ ਕਰਕੇ। ਤੇ ਸਰਕਾਰ ਹਮੇਸ਼ਾ ਪੰਜਾਬ ਦੇ ਵਿੱਚ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ। ਤੇ ਐਤਕੀ ਬਿਜਲੀ ਬਾਰੇ ਕੀ ਤੁਹਾਡੇ ਨਜ਼ਰ ਦੇ ਵਿੱਚ, ਬਿਜਲੀ ਦੀਆਂ ਦਰਾਂ ਘਟਣਗੀਆਂ ਕਿ ਉਹ ਕੋਈ ਅੰਕੜਿਆਂ ਦੀ ਖੇਡ ਹੀ ਪੇਸ਼ ਕਰਤੀ? ਨਹੀਂ, ਬਿਜਲੀ ਦੀਆਂ ਦਰਾਂ ਘਟਣੀਆਂ ਤਾਂ ਬਹੁਤ ਮੁਸ਼ਕਿਲ ਆ, ਕਿਉਂਕਿ ਬਿਜਲੀ, ਅਲਕੋਹਲ, ਇਹ ਚੀਜ਼ਾਂ ਪ੍ਰੋਮੀਨੈਂਟ ਸੋਰਸ ਆ ਸਾਡੀ ਗੌਰਮੈਂਟ ਦੀ ਕਮਾਈ ਦੇ। ਤੇ ਇਸ ਮਹਾਮਾਰੀ ਦੇ ਟਾਈਮ ਆਪਦੀ ਕਮਾਈ 'ਚ ਘਾਟਾ ਕਰਨਾ ਤਾਂ ਮੇਰੇ ਖਿਆਲ ਗੌਰਮੈਂਟ ਰਿਸਕ ਨਹੀਂ ਲਊਗੀ। ਹਾਲਾਂਕਿ 197 ਕਰੋੜ ਦਾ ਬਜਟ ਰੱਖਿਆ ਤਾਂ ਹੈ ਬਿਜਲੀ ਲਈ, ਪਰ ਹੋਰ ਬਿਜਲੀ ਸੈਕਟਰ ਨੂੰ ਬਹੁਤ ਵੱਡੀਆਂ ਲੋੜਾਂ ਪਈਆਂ, ਤਾਂ ਇਹ ਨਾਰਾਜ਼ਗੀ ਤਾਂ ਖੈਰ ਮੇਰੇ ਹਿਸਾਬ ਨਾਲ ਉਵੇਂ ਹੀ ਚੱਲੂਗੀ। ਬਿਜਲੀ ਦੀ ਦਰ, ਕੁਛ ਬਿਜਲੀ ਦੇ ਟੈਕਸ ਵੀ ਬਹੁਤ ਆ, ਸਟੇਟ ਤੇ ਸੈਂਟਰ ਟੈਕਸ ਮਿਲਾ ਕੇ ਤਕਰੀਬਨ 3 ਰੁਪਏ ਪਰ ਯੂਨਿਟ ਬਿਜਲੀ ਤੇ ਟੈਕਸ ਪੈ ਰਿਹਾ ਹੈਗਾ। ਤਾਂ ਇਹ ਡਿਊਟੀ ਹਜੇ ਤਾਂ ਨਹੀਂ ਘਟੂਗੀ, ਅਗਲੇ ਸਾਲ ਦੇਖੋ ਕੀ ਬਣਦਾ। ਅਗਲੇ ਸਾਲ ਤਾਂ ਸਰਕਾਰ ਇਲੈਕਸ਼ਨ ਹੀ ਹੋ ਜਾਣਾ, ਸਰਕਾਰ ਹੋਵੇ ਜਾਂ ਨਾ ਹੋਵੇ ਆਪਾਂ ਕਹਿ ਨਹੀਂ ਸਕਦੇ, ਹਨਾ। ਤੇ ਹੁਣ ਆਪਾਂ ਚਰਚਾ ਕਰਦੇ ਹਾਂ ਜੀ, ਸਭ ਤੋਂ ਵੱਡੀ ਜਿਹੜੀ ਚਰਚਾ ਦਾ ਵਿਸ਼ਾ, ਔਰਤਾਂ ਲਈ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਬੱਸਾਂ ਦੇ ਵਿੱਚ, ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਹੈ। ਅਸੀਂ ਇਸ ਸਹੂਲਤ ਦਾ ਜਿੱਥੇ ਸਵਾਗਤ ਕਰਦੇ ਹਾਂ, ਉੱਥੇ ਇੱਕ ਬਹੁਤ ਵੱਡਾ ਸਵਾਲ ਵੀ ਖੜਾ ਹੁੰਦਾ ਹੈ ਕਿ ਪੰਜਾਬ ਰੋਡਵੇਜ਼ ਦਾ ਜਿਹੜਾ ਅਦਾਰਾ ਹੈ ਉਹ ਪਹਿਲਾਂ ਹੀ ਘਾਟੇ ਦੇ ਵਿੱਚ ਜਾ ਰਿਹਾ, ਤੇ ਪਹਿਲਾਂ ਹੀ ਉਹਦੀ ਕੋਈ ਵਿਕਾਸ ਨਹੀਂ ਹੋ ਰਿਹਾ ਉਹਦਾ, ਤੇ ਉਹਦੇ ਵਿੱਚ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ। ਕੀ ਜਿਹੜਾ ਰੋਡਵੇਜ਼ ਨੂੰ ਇਸ ਨਾਲ ਘਾਟਾ ਪਊਗਾ
ਉਹਦੇ ਬਾਰੇ ਵੀ ਕੋਈ ਗੱਲ ਕੀਤੀ ਗਈ ਹੈ ਕਿ ਇਹ ਵੋਟਾਂ ਦੀ ਰਾਜਨੀਤੀ ਦੇ ਵਿੱਚ ਕਦੇ ਇੱਕ ਜਮਾਂ ਹੀ ਡੋਬ ਦਿੱਤਾ ਜਾਊਗਾ? ਵੋਟਾਂ ਲੈਣ ਦੇ ਲਈ ਕਈ ਵਾਰੀ ਸਰਕਾਰ ਗਲਤ ਕਦਮ ਚੱਕ ਦਿੰਦੀ ਹੈ। ਉਹ ਲੋਕਾਂ ਨੂੰ ਲੁਭਾਉਣਾ, ਦੇਖੋ ਲੋਕ ਆਮ ਲੋਕ ਆ ਜਿਹੜੇ ਸਾਡੇ ਆਮ ਪਿੰਡਾਂ ਦੇ ਪਰਿਵਾਰ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਨੂੰ, ਉਹਨਾਂ ਨੂੰ ਅੰਕੜਿਆਂ ਨਾਲ ਕੋਈ ਬਾਹਲਾ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਸਾਨੂੰ ਡਾਇਰੈਕਟ ਸਹੂਲਤ ਕੀ ਮਿਲ ਰਹੀ ਆ ਉਹਦੇ ਨਾਲ ਜ਼ਿਆਦਾ ਮਤਲਬ ਹੁੰਦਾ, ਹੋਣਾ ਵੀ ਚਾਹੀਦਾ ਗਾ। ਤੇ ਪਰੰਤੂ ਕਦੇ ਕਦੇ ਸਰਕਾਰਾਂ ਵੋਟਾਂ ਲੈਣ ਲਈ ਕੰਡੇ ਬੀਜ ਦਿੰਦੀਆਂ ਜੋ ਅਗਲੀਆਂ ਗਵਰਨਮੈਂਟ ਕਦੇ ਚੁੱਕ ਨਹੀਂ ਸਕਦੀਆਂ, ਕਿਉਂਕਿ ਉਹਨਾਂ ਦੇ ਵੋਟ ਬੈਂਕ ਖਰਾਬ ਹੁੰਦੇ ਆ। ਔਰਤਾਂ ਨੂੰ ਫ੍ਰੀ ਬੱਸ ਸਰਵਿਸ ਦੇਣਾ ਮੇਰੇ ਹਿਸਾਬ ਨਾਲ ਤਾਂ ਇੱਕ ਗਲਤ ਫੈਸਲਾ ਲਿਆ ਗਿਆ ਹੈ, ਕਿਉਂਕਿ ਬੱਸ ਸਰਵਿਸ ਸਰਕਾਰੀ ਬੱਸਾਂ 'ਚ 70% ਲੇਡੀਜ਼ ਸਵਾਰੀ ਹੁੰਦੀ ਆ। 70% ਜਦੋਂ ਫ੍ਰੀ ਹੋ ਜਾਊਗੀ ਤਾਂ ਇੰਨੀ ਸਬਸਿਡੀ ਤਾਂ ਗਵਰਨਮੈਂਟ ਕੋਲੇ ਦੇਣ ਨੂੰ ਹੈ ਹੀ ਨਹੀਂ ਕਿ ਕਾਰਪੋਰੇਸ਼ਨ ਨੂੰ ਜਾਂ ਪੰਜਾਬ ਰੋਡਵੇਜ਼ ਨੂੰ ਸਬਸਿਡੀ ਦੇ ਕੇ ਘਾਟੇ ਤੋਂ ਉਠਾਉਣਗੇ। ਤਾਂ ਉਹ 70% ਟਿਕਟ ਤੋਂ ਜੋ ਫਾਇਦਾ ਹੋਣਾ ਸੀ ਉਹ ਤਾਂ ਘਾਟਾ ਹੀ ਹੋਊਗਾ। ਹੁਣ ਤਾਂ ਰੋਡਵੇਜ਼ ਨੇ ਤਾਂ ਆਪਣੇ ਪਹਿਲਾਂ ਵਾਲੇ ਸਤਰ ਤੋਂ ਥੱਲੇ ਹੀ ਡਿੱਗਣਾਗਾ। ਕਿਤੇ ਨਾ ਕਿਤੇ ਸੰਕੇਤ ਦਿੰਦਾ ਵੀ ਪ੍ਰਾਈਵੇਟ ਨੂੰ ਹਲੇ ਤਾਂ ਪ੍ਰਾਈਵੇਟ ਵਾਲੇ ਐਂ ਕਹਿਣਗੇ ਕਿ ਵੀ ਸਾਡਾ ਨੁਕਸਾਨ ਹੋਊਗਾ, ਸਾਡੀ ਸਵਾਰੀ ਘਟੂਗੀ, ਜੋ ਫ੍ਰੀ ਦੇ ਚੱਕਰ 'ਚ ਸਾਰੀ ਸਵਾਰੀ ਗਵਰਨਮੈਂਟ ਤੇ ਜਾਊ। ਪਰ ਜਦੋਂ ਗਵਰਨਮੈਂਟ ਬੱਸ ਸਰਵਿਸ ਦਾ ਰੈਵਨਿਊ ਘਟ ਜਾਊਗਾ ਤਾਂ ਉਹ ਖੁਦ ਘਾਟੇ ਵੱਲ ਜਾਊਗੀ, ਉਹਦਾ ਫਾਇਦਾ ਫਿਰ ਪ੍ਰਾਈਵੇਟ ਨੂੰ ਜਾਊਗਾ। ਕਿਤੇ ਨਾ ਕਿਤੇ ਇਹ ਆਪਦੇ ਵੱਡੇ ਜਿਹੜੇ ਕਾਰਪੋਰੇਟ ਦੋਸਤ ਆ ਜਾਂ ਇਹਨਾਂ ਦੀਆਂ ਆਪਦੀਆਂ ਬੱਸਾਂ ਚੱਲਦੀਆਂ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਸੰਕੇਤ ਵੀ ਦਿੰਦੀ ਆ। ਹਾਂ, ਇਹਦੇ ਲਈ ਕੀ ਲੋੜ ਆ? ਇੱਕ 8 ਮਾਰਚ ਵੂਮਨ ਡੇ ਨੂੰ ਵੇਖ ਕੇ ਰੱਖਿਆ ਗਿਆ ਸੀਗਾ, ਕਿੰਨੇ ਤੁਹਾਡੇ ਤੋਂ ਇਹ ਡਿਮਾਂਡ ਕੀਤੀ ਸੀ? ਪੁੱਛਣ ਵਾਲਾ ਹੋਵੇ ਵੀ ਫ੍ਰੀ ਟਿਕਟ ਲਈ ਕਿੰਨੇ ਡਿਮਾਂਡ ਕੀਤੀ ਸੀਗੀ? ਠੀਕ ਆ, ਤੁਸੀਂ ਇਨਕਮ ਲੈਵਲ ਦੇ ਹਿਸਾਬ ਤੇ ਪਾਸ ਬਣਾ ਦਿਓ, ਜੋ ਜਮਾ ਹੀ ਨਹੀਂ ਕਿਰਾਇਆ ਦੇ ਸਕਦੇ, ਜਾਂ ਅੱਧੀ ਟਿਕਟ ਲਾ ਦਿਓ, ਬਹੁਤ ਤਰੀਕੇ ਹੁੰਦੇ ਆ। ਔਰਤਾਂ ਨੂੰ ਸਨਮਾਨ ਦੇਣ ਲਈ ਤਾਂ ਹੋਰ ਬਹੁਤ ਬੜਾ ਕੁਝ ਪਿਆ ਗਾ। ਬੱਸ 'ਚ ਇੱਕ ਸਫ਼ਰ ਨਾਲ ਤਾਂ ਕੋਈ ਸਨਮਾਨ ਨਹੀਂ ਨਾ ਹੋਇਆ। ਪਹਿਲਾਂ ਡੋਮੈਸਟਿਕ ਵਿਊਜ਼ ਤੋਂ ਲੈ ਕੇ ਸੈਕਸ਼ੂਅਲ ਹਰਾਸਮੈਂਟ ਐਟ ਵਰਕ ਪਲੇਸ ਲਈ ਕੋਈ ਚੰਗੇ ਕਾਨੂੰਨ ਤੇ ਨੀਤੀਆਂ ਬਣਾਓ ਜਿੱਥੇ ਔਰਤਾਂ ਫ੍ਰੀਲੀ ਬਾਹਰ ਅੰਦਰ ਘੁੰਮ ਸਕਣ। ਸਫ਼ਰ 'ਚ ਵੀ ਹਰਾਸ ਹੁੰਦੀਆਂ। ਇੱਕ ਪੋਪਲਾਈ ਆ ਅਗਲੇ ਸਾਲ ਦੀਆਂ ਇਲੈਕਸ਼ਨ ਦਾ, ਹਾਲਾਂਕਿ ਇੱਕ ਕੰਡੇ ਬੀਜੇ, ਮੈਂ ਆਪਦੀ ਭਾਸ਼ਾ 'ਚ ਇਹ ਕਹੂੰਗਾ ਵੀ ਕੰਡੇ ਬੀਜੇ ਗਏ। ਤੇ ਇੱਕ ਜਦੋਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਤਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਸਰਕਾਰ ਵਾਸਤੇ ਲਿਆਉਣ ਵਾਸਤੇ। ਸਭ ਤੋਂ ਵੱਡਾ ਵਾਅਦਾ ਸੀਗਾ ਜੀ 2500 ਰੁਪਇਆ ਪੈਨਸ਼ਨ ਦਾ ਜੀ, ਤੇ ਉਹ ਆਖਰ ਦੇ ਵਿੱਚ ਉਹ ਪੈਨਸ਼ਨ 1500 ਹੀ ਹੁੰਦੀ ਹੈ। ਤੇ ਲੋਕਾਂ ਦੀ ਉਮੀਦ ਤੋਂ ਫਿਰ ਇਹ ਹੋਰ ਘਟ ਗਿਆ ਕੰਮ। ਜਦੋਂ ਕਾਂਗਰਸ ਗਵਰਨਮੈਂਟ ਆਈ ਸੀ ਤਾਂ ਚੁਣਾਵੀ ਵਾਅਦਾ ਇਹਨਾਂ ਦਾ ਪੈਨਸ਼ਨ ਨੂੰ, ਬੁਢਾਪਾ ਪੈਨਸ਼ਨ ਨੂੰ 2500 ਰੁਪਇਆ ਕਰ ਦਿੰਦਾ ਸੀ, ਪਰ ਪਹਿਲੇ 3 ਸਾਲ ਉਸ ਤੇ ਕੁਝ ਨਹੀਂ ਕੀਤਾ। ਤਾਂ ਹੁਣ ਇੱਕਦਮ 750 ਤੋਂ 1500 ਕਰਤਾ। ਉਹਦੇ ਨਾਲ ਸਾਡੇ ਵਿੱਤੀ ਹਾਲਤ ਆ, ਜੋ ਸਾਡਾ ਫੰਡ ਹੁੰਦਾ ਉਹ ਤੇ ਇੱਕਦਮ ਪ੍ਰਭਾਵ ਪੈਂਦਾ। ਕਿਤੇ ਉਹ ਪਿਛਲੇ 3 ਸਾਲਾਂ 'ਚ ਥੋੜਾ ਥੋੜਾ ਕਰਕੇ ਵਧਾਉਣਾ ਸੀ, ਇੱਕ ਤਾਂ ਉਹਦੇ ਨਾਲ ਅਸਰ ਪੈਣਾ ਸੀ, ਹੁਣ ਉਹ ਰਕਮ 1500 ਤੋਂ ਵੀ ਵੱਧ ਜਾਣੀ ਸੀ। ਇੱਕ ਸਾਡਾ ਜੋ ਮਤਲਬ ਫੰਡ ਆ ਉਹ ਤੇ ਇੱਕਦਮ ਅਸਰ ਨਹੀਂ ਸੀ ਪੈਣਾ, ਮਤਲਬ ਇੰਨਾ ਸਾਨੂੰ ਝਟਕਾ ਨਹੀਂ ਸੀ ਲੱਗਣਾ। ਚਲੋ ਕੀਤਾ ਤਾਂ ਚੰਗੇ ਖਾਤਰ ਹੀ, ਇਹਨੂੰ ਚੰਗੇ ਕੰਮਾਂ 'ਚ ਹੀ ਗਿਣਾਂਗੇ, ਜੋ ਇਹਦੇ ਸਾਈਡ ਇਫੈਕਟ ਆਉਣਗੇ ਉਹ ਅੱਗੇ ਦੀਆਂ ਗੱਲਾਂ ਦੇਖਦੇ ਹਾਂ। ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਚੋਣਾਂ ਵੀ ਦਾਅਵਾ ਸੀਗਾ, ਜਿਹੜਾ ਚੋਣਾਂ ਦਾ ਇੱਥੋਂ 2017 ਦੀ ਵਿਧਾਨ ਸਭਾ ਦਾ, ਕੈਪਟਨ ਸਾਹਿਬ ਨੇ ਤਲਵੰਡੀ ਸਾਬੋ ਦੀ ਧਰਤੀ ਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਗੱਲ ਕਹੀ ਸੀ ਵੀ ਮੈਂ ਨਸ਼ਾ ਖਤਮ ਕਰ ਦੂੰਗਾ। ਚਲੋ ਆਪਾਂ ਟਾਈਮ ਨਹੀਂ ਕਹਿੰਦੇ ਵੀ ਕਿੰਨੇ ਚਿਰ 'ਚ ਕਰ ਦੇਣਗੇ। ਪਿਛਲੇ ਜਿਹੜੇ ਬਜਟ ਲੰਘੇ ਆ 3 ਉਹਨਾਂ ਦੇ ਵਿੱਚ ਵੀ ਨਹੀਂ ਸੀਗਾ, ਤੇ ਹੁਣ ਵੀ ਇਸ ਬਜਟ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਚੋਣਾਂ ਨੂੰ ਸਾਹਮਣੇ ਰੱਖ ਕੇ ਬਜਟ ਬਣਾਇਆ ਗਿਆ, ਉਹਦੇ ਵਿੱਚ ਵੀ ਨਸ਼ੇ ਪ੍ਰਤੀ ਕੋਈ ਵੱਡੀ ਗੱਲ ਨਹੀਂ ਹੈਗੀ। ਦੇਖੋ, ਜਦੋਂ ਚੁਣਾਵੀ ਗੱਲਾਂ ਹੁੰਦੀਆਂ, ਚਲੋ ਇਹ ਤਾਂ ਸਟੇਟ ਗਵਰਨਮੈਂਟ ਆ, ਸਾਡੀ ਸੈਂਟਰ ਗਵਰਨਮੈਂਟ ਦੇ ਨੁਮਾਇੰਦੇ ਖੁਦ ਹੀ ਆਪਦੇ ਮੂੰਹ ਕਹਿ ਗਏ ਵੀ ਉਹ ਤਾਂ ਇੱਕ ਜੁਮਲੇ ਹੁੰਦੇ ਆ। ਅਮਿਤ ਸ਼ਾਹ ਜੀ ਨੇ ਇੱਕ ਬਿਆਨ 'ਚ ਕਿਹਾ ਵੀ ਉਹ ਇੱਕ ਜੁਮਲੇ ਹੁੰਦੇ ਆ, ਉਹਨਾਂ ਨੂੰ ਸੀਰੀਅਸ ਨਾ ਲਿਆ ਕਰੋ। ਇੱਥੇ ਵੀ ਉਹੀ ਹਾਲਾਤ ਜਾਪਦੇ ਆ। ਇਹਨਾਂ ਨੇ ਉਦੋਂ ਕੁਝ ਮਹੀਨਿਆਂ ਦੀ ਗੱਲ ਕੀਤੀ ਸੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਵੀ ਕੁਝ ਮਹੀਨਿਆਂ ਦੇ ਵਿੱਚ ਪੰਜਾਬ 'ਚੋਂ ਨਸ਼ਾ ਤੇ ਗੈਂਗਸਟਰ ਖਤਮ ਕਰ ਦਾਂਗੇ। ਪਰ ਇਸ ਵਾਰ ਨਸ਼ਾ ਤਾਂ ਕੀ ਸਿਹਤ ਸੇਵਾਵਾਂ ਤੇ ਕੁਝ ਨਹੀਂ ਲਾਉਣਾ। ਨਸ਼ਾ ਛਡਾਊ ਇੱਕ ਸਿਹਤ ਸੇਵਾਵਾਂ ਦਾ ਫੀਲਡ ਦੇ ਵਿੱਚ ਆਉਂਦਾ। ਸਿਹਤ ਸੇਵਾਵਾਂ ਤੇ ਕੁਝ ਖਾਸ ਕੀਤਾ ਨਹੀਂ ਇਸ ਬਜਟ 'ਚ ਵੀ ਦਿਖਿਆ, ਹਾਲਾਂਕਿ ਇਹ ਬਜਟ ਨੂੰ ਪਿਛਲੇ 3 ਸਾਲਾਂ ਨਾਲੋਂ ਵੀ ਆਪਾਂ ਚੰਗਾ ਗਿਣਦੇ ਹਾਂ। ਤਾਂ ਮੇਰੇ ਖਿਆਲ 'ਚ ਵੀ ਨਸ਼ਾ ਕਿੱਥੋਂ ਖਤਮ ਹੋਊਗਾ? ਜੇ ਅਸੀਂ ਨਸ਼ੇ ਵਾਲੇ ਵਿਸ਼ੇ ਨੂੰ ਖੰਗੋਲ ਕੇ ਦੇਖੀਏ ਤਾਂ ਇਹਦੇ 'ਚ ਵੱਡੇ ਕਾਰਪੋਰੇਟ ਤੇ ਸਾਡੇ ਮਿਨਿਸਟਰਾਂ ਦਾ ਹੱਥ ਆ ਜਾਂਦਾ।
ਤਾਂ ਇਹ ਚੁਣਾਵੀ ਗੱਲਾਂ ਹੀ ਰਹਿ ਜਾਂਦੀਆਂ। ਇਸ ਵਾਰ ਨਾ ਤਾਂ ਉਹਦੇ ਲਈ ਕੋਈ ਸਪੈਸ਼ਲ ਫੰਡ ਜਾਰੀ ਕੀਤਾ ਗਿਆ ਹੈਗਾ ਤੇ ਨਾ ਹੀ ਕੋਈ ਇਹੋ ਜਿਹੀ ਨਵੀਂ ਨੀਤੀ ਬਣਾਈ ਗਈ ਹੈ ਵੀ ਇਹ 'ਚ ਜਿਹਦੇ ਨਾਲ ਨਸ਼ਾ ਖਤਮ ਕੀਤਾ ਜਾ ਸਕੇ। ਇੱਕ ਹੋਰ ਬਹੁਤ ਵੱਡਾ ਮਨ ਨੂੰ ਜਿਹੜਾ ਨੌਜਵਾਨਾਂ ਦੇ ਮਨ ਨੂੰ ਖਾਸ ਕਰਕੇ ਜਿਹੜਾ ਵਾਅਦਾ 2017 ਦਾ ਸੀਗਾ ਉਹ ਸੀਗਾ ਜੀ ਘਰ ਘਰ ਰੋਜ਼ਗਾਰ ਜੀ। ਉਹਦੀ ਅਸਲੀਅਤ ਘਰ ਘਰ ਰੋਜ਼ਗਾਰ ਦੀ ਇਹ ਹੈਗੀ ਹੈ ਜੀ ਵੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਕਿਸੇ ਨੂੰ ਐਮਟੈਕ ਵਾਲੇ ਨੂੰ ਕਹਿ ਦਿੱਤਾ ਜਾਂਦਾ ਜੀ ਭਾਈ ਤੂੰ ਜਾ ਕੇ ਬੰਗਲੌਰ ਜਾ ਕੇ 7500 ਰੁਪਏ ਤੇ ਕੰਮ ਕਰ ਲਾ ਤੇ ਉਹ ਜਿਹੜਾ ਕਿਸੇ ਐਮਏ ਬੀਏ ਵਾਲੇ ਬੰਦੇ ਨੂੰ ਹੋਰ ਕੰਮ ਕਹਿ ਦਿੱਤਾ ਜਾਂਦਾ ਤੇ ਉਹਦੀ ਤਨਖਾਹ ਬਹੁਤ ਘੱਟ ਹੈ। ਕਿਤੇ ਨਾ ਕਿਤੇ ਪਿਛਲੇ 3 ਸਾਲਾਂ ਦੇ ਵਿੱਚ ਤੇ ਚੌਥਾ ਸਾਲ ਆਹ ਹੈ ਇਹਦੇ ਵਿੱਚ ਕੋਈ ਵੱਡਾ ਉਦਯੋਗ ਲਿਆਉਣ ਦੀ ਜਾਂ ਕੋਈ ਰੋਜ਼ਗਾਰ ਦਾ ਸਾਧਨ ਸਥਾਪਿਤ ਕਰਨ ਦੀ ਇੱਥੇ ਪੰਜਾਬ ਦੇ ਵਿੱਚ ਕੋਈ ਕੋਸ਼ਿਸ਼ ਨਹੀਂ ਹੋਈ ਤੇ ਇਸ ਬਜਟ ਦੇ ਵਿੱਚ ਵੀ ਤੁਹਾਨੂੰ ਕੋਈ ਦਿਖੀ ਕੋਸ਼ਿਸ਼? ਨਹੀਂ, ਜੋ ਅੰਕੜੇ ਤਾਂ ਪਿਛਲੇ 3 ਸਾਲਾਂ ਤੋਂ ਦਈ ਜਾਂਦੇ ਆ। ਜੋ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਹਰ ਇੱਕ ਪਹਿਲਾਂ ਇਹਨਾਂ ਨੇ ਵਾਅਦਾ ਸੀ ਵੀ ਹਰ ਇੱਕ ਪਰਿਵਾਰ ਦੇ ਘੱਟੋ ਘੱਟ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਵਾਂਗੇ। ਫਿਰ ਜਦੋਂ ਜਿੱਤ ਗਏ ਉਹ ਫਿਰ ਸਰਕਾਰੀ ਨੌਕਰੀ ਤੋਂ ਪ੍ਰਾਈਵੇਟ ਵੱਲ ਆਉਣ ਲੱਗ ਗਏ। ਜੌਬ ਫੇਅਰ ਲਏ, ਮੇਲੇ ਲਾਏ, ਕੰਪਨੀਆਂ ਬਾਹਰੋਂ ਬੁਲਾਈਆਂ, ਪਰ ਐਂਡ ਉਹਨਾਂ ਕੰਪਨੀਆਂ ਦਾ ਕੁਝ ਨਹੀਂ ਨਿਬੜਦਾ ਹੁੰਦਾ। ਨਾ ਹੀ ਸਾਡੇ ਸਾਹਮਣੇ ਕੁਝ ਵੀ ਨਹੀਂ ਨਿਬੜਿਆ। ਉਹ ਕੰਟਰੈਕਟ ਬੇਸ ਤੇ ਪਹਿਲਾਂ 1 ਜਾਂ 2 ਮਹੀਨੇ ਦਾ ਟ੍ਰਾਇਲ ਪੀਰੀਅਡ ਰੱਖਦੇ ਆ, ਉਸ ਤੋਂ ਬਾਅਦ ਕੱਢ ਦਿੰਦੇ ਆ। ਉਹ ਪਤਾ ਨਹੀਂ ਤਾਂ ਵੀ ਉਹਨਾਂ ਦੀਆਂ ਕੰਪਨੀਆਂ ਦੀਆਂ ਖੁਦ ਦੀਆਂ ਨੀਤੀਆਂ, ਪਤਾ ਨਹੀਂ ਉਹ ਸਰਕਾਰਾਂ ਨਾਲ ਸਾਂਝ ਕੀਤੀ ਹੁੰਦੀ ਹੈ ਕਿ 1-2 ਮਹੀਨੇ ਲਈ ਸਾਨੂੰ ਅੰਕੜੇ ਦੇ ਦਿਓ, ਉਸ ਤੋਂ ਬਾਅਦ ਜੋ ਮਰਜ਼ੀ ਕਰਿਓ। ਇਸ ਵਾਰ ਉਹਨੇ 1 ਲੱਖ ਨੌਕਰੀ ਕੱਢਣ ਦਾ ਵਾਅਦਾ ਤਾਂ ਕੀਤਾ, ਪਰ ਦੇਖੋ ਇਸ ਤੇ ਪੂਰਾ ਕਰ ਉੱਤਰਦੇ ਕਿ ਨਹੀਂ। ਤਕਰੀਬਨ 47,000 ਕਿਹਾ ਵੀ ਪਹਿਲੇ ਫੇਸ 'ਚ ਕਰਾਂਗੇ, ਬਾਕੀ ਦੀਆਂ 52-53,000 ਬਚਣਗੀਆਂ ਉਹ ਦੂਜੇ ਫੇਸ 'ਚ ਅਸੀਂ ਅਸਾਮੀਆਂ ਭਰਾਂਗੇ। ਪਰ ਪਿਛਲੇ 3 ਸਾਲਾਂ ਦੇ ਅੰਕੜਿਆਂ ਦੇ ਹਿਸਾਬ ਤੇ ਤਾਂ ਇਹ ਇੱਕ ਜੁਮਲਾ ਹੀ ਲੱਗਦਾ, ਕਿਉਂਕਿ ਅਗਲੇ ਸਾਲ ਫੇਰ ਚੋਣਾਂ ਆਈਆਂ। ਪਰ ਦੇਖੋ ਸਮਾਂ ਬੀਤੇ ਤੇ ਹੀ ਪਤਾ ਚੱਲੂਗਾ ਵੀ ਕਿੰਨਾ ਖਰੇ ਨਿਬੜਦੇ ਆ। ਤੇ ਪੰਜਾਬ 'ਚ ਕੀ ਸਿਰਫ 1 ਲੱਖ ਹੀ ਬੇਰੁਜ਼ਗਾਰ ਹੈ? ਇਹ ਤਾਂ ਦੇਖੋ ਆਰਟੀਆਈ ਤੇ ਵੀ ਨਾ ਆਵੇ ਜੀ, ਆਰਟੀਆਈ ਤੇ ਵੀ ਸਹੀ ਜਵਾਬ ਨਾ ਆਵੇ, ਕਿਉਂਕਿ ਹਰ ਪਾਸੇ ਇਹ ਨਿੱਜੀਕਰਨ ਨੂੰ ਫਿਰਦੇ ਆ। ਅਸਾਮੀਆਂ ਨਾ ਭਰਨਾ ਇੱਕ ਇਹਨਾਂ ਦੀ ਸਾਜ਼ਿਸ਼ ਹੈ ਖੁਦ ਦੀ। ਸਕੂਲ ਹਸਪਤਾਲ ਹੋ ਗਏ ਸਾਡੇ ਜਾਂ ਕੋਈ ਵੀ ਸਰਕਾਰੀ ਅਦਾਰੇ ਆ ਉਹਨਾਂ ਨੂੰ ਵੇਚਣ ਦੇ ਪਾਸੇ ਹੋਏ ਵੇ ਆ ਇਹ। ਤੇ ਜਦੋਂ ਵੇਚਣਾ ਹੀ ਆ ਫਿਰ ਉੱਥੇ ਅਸਾਮੀਆਂ ਭਰਨ ਦੀ ਕੀ ਲੋੜ ਹੈ ਇਹਨਾਂ ਨੂੰ? ਤੇ ਸਭ ਤੋਂ ਵੱਡੀ ਗੱਲ ਹੈ, ਹੁਣ ਆਪਾਂ ਵੈਸੇ ਤਾਂ ਇਹਦੇ ਵਿੱਚ ਐਸੇ ਨੁਕਤੇ ਸਾਂਝੇ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਕਮੀਆਂ ਹੈਗੀਆਂ ਜੀ। ਹੁਣ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਇਹਦੀਆਂ ਅਸਲ 'ਚ ਜਿਹੜੀਆਂ ਕਮੀਆਂ ਉਹਨਾਂ ਬਾਰੇ ਚਰਚਾ ਕਰੋ। ਸਭ ਤੋਂ ਪਹਿਲੀ ਖਾਮੀ ਤਾਂ ਇੱਕ ਗਲਤ ਨੀਤੀ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਜਿਹਦਾ ਲੇਡੀਜ਼ ਲਈ ਫ੍ਰੀ ਟਿਕਟ ਦੇਣਾ। ਦੇਖੋ ਲੇਡੀਜ਼ ਤਾਂ ਇਨਕਮ ਲੈਵਲ ਤੇ ਕਰਦੇ ਤਾਂ ਬਹੁਤ ਇਹਦਾ ਸਵਾਗਤ ਹੋਣਾ ਸੀ, ਕਿਉਂਕਿ ਇੱਕ ਲੇਡੀਜ਼ ਇਹੋ ਜਿਹੀ ਵੀ ਆ ਜਿਹੜੀ ਬੁਢਾਪਾ ਪੈਨਸ਼ਨ ਉਡੀਕ ਕੇ ਮਹੀਨੇ ਦਾ ਖਰਚਾ ਆਪਦਾ ਬਜਟ ਤਿਆਰ ਕਰਦੀ ਆ। ਇੱਕ ਲੇਡੀਜ਼ ਇਹੋ ਜਿਹੀਆਂ ਵੀ ਆ ਜਿਨ੍ਹਾਂ ਦੀ ਲੱਖ ਰੁਪਈਆ ਤਨਖਾਹ ਹੈਗੀ ਆ ਮਹੀਨੇ ਦੀ, ਤਾਂ ਕੋਈ ਬਰਾਬਰੀ ਨਹੀਂ ਉਹਨਾਂ ਦੀ। ਪਰ ਤੁਸੀਂ ਟਿਕਟ ਸਿੱਧਾ ਕਾਰਪੋਰੇਸ਼ਨ ਨੂੰ ਖੱਡੇ 'ਚ, ਸਾਡੀ ਜਿਹੜੀ ਪੰਜਾਬ ਰੋਡਵੇਜ਼ ਆ ਉਹਨੂੰ ਖੱਡੇ 'ਚ ਧੱਕਾ ਮਾਰਨ ਦੀ ਨੀਤੀ ਆ ਇਹ। ਕਿਵੇਂ ਉਹਨੂੰ ਸਬਸਿਡੀ ਇੰਨੀ ਦਓਗੇ? ਅਸਲ ਤਾਂ 70% ਸਵਾਰੀ ਤੁਸੀਂ ਝਾਤ ਮਾਰੋਗੇ ਬੱਸਾਂ ਦੀ ਲੇਡੀਜ਼ ਦੀ ਹੁੰਦੀ ਆ, 70% ਰੈਵਨਿਊ ਉੱਡ ਗਿਆ ਜਦੋਂ, ਕਿਵੇਂ ਉਹਨੂੰ ਇੰਨੀ ਸਬਸਿਡੀ ਦਓਗੇ? ਇਹਦਾ ਜਿਹੜੀ ਲੰਮੀ ਸੋਚ ਆ ਇਹੀ ਦਿਖਦੀ ਆ ਵੀ ਕਾਰਪੋਰੇਸ਼ਨ ਨੂੰ ਹੌਲੀ ਸਰਕਾਰੀ ਬੱਸਾਂ ਨੂੰ ਹੌਲੀ ਖਤਮ ਕਰੋ ਤੇ ਉਹਦੀ ਥਾਂ ਤੇ ਪ੍ਰਾਈਵੇਟ ਜੋ ਆਪਦੇ ਕਾਰਪੋਰੇਟ ਘਰਾਣੇ ਬੈਠੇ ਆ ਉਹਨਾਂ ਦੀਆਂ ਬੱਸਾਂ ਨੂੰ ਅੱਗੇ ਲੈ ਕੇ ਆਓ। ਦੂਜੀ ਜਿਹੜੀ ਸਿਹਤ ਸੇਵਾਵਾਂ ਤੇ, ਜਿਵੇਂ ਪਹਿਲਾਂ ਵੀ ਕਿਹਾ ਵੀ ਸਿਹਤ ਸੇਵਾਵਾਂ ਲਈ ਕੋਈ ਰਾਖਵਾਂ ਬਜਟ ਅਲੱਗ ਤੋਂ ਨਹੀਂ ਦਿਖਿਆ। ਇੰਨੀਆਂ ਭਿਆਨਕ ਬਿਮਾਰੀਆਂ, ਪਹਿਲਾਂ ਤਾਂ ਕਰੋਨਾ ਮਹਾਂਮਾਰੀ ਕਰਕੇ ਚਾਹੀਦਾ ਸੀ, ਹੁਣ ਪੰਜਾਬ ਦੇ ਕੇਸ ਫਿਰ ਤੋਂ ਕਿਤੇ ਉੱਪੜਨ ਲੱਗ ਗਿਆ, ਉਹਦੇ ਲਈ ਕੋਈ ਨਵੀਂ ਚੀਜ਼ ਨਹੀਂ ਦਿਖੀ। ਫਿਰ ਕੈਂਸਰ ਹੋ ਗਿਆ, ਟੀਵੀ ਹੋ ਗਿਆ, ਇੰਨੀਆਂ ਲਾਜ ਬਿਮਾਰੀਆਂ ਜਿਹੜੀਆਂ ਪੰਜਾਬ ਨੂੰ ਘਣ ਕਰੀ ਜਾਂਦੀਆਂ ਨੇ, ਉਹਦੇ ਲਈ ਕੋਈ ਰਾਖਵਾਂ ਬਜਟ ਨਹੀਂ ਗਾ। ਉਹੀ ਸਾਡੇ ਹਸਪਤਾਲ ਆ, ਉਹੀ ਸਾਡੇ ਹਸਪਤਾਲਾਂ ਦਾ ਹਾਲਤ ਆ। ਜਾਂ ਤਾਂ ਉਹਨਾਂ ਨੂੰ ਫਿਰ ਫੁੱਲੀ ਨਿੱਜੀਕਰਨ ਕਰ ਦਿਓ, ਘੱਟੋ ਘੱਟ ਜਿਹਦੇ ਕੋਲੇ ਪੈਸੇ ਆ ਉਹ ਤਾਂ ਇਲਾਜ ਕਰਾ ਲੂਗਾ, ਪਰ ਡਾਵਾਡੋਲ ਖਾਮੀ ਆ। ਤੀਜੀ ਜਿਹੜੀ ਖਾਮੀ ਆ, ਜੋ ਇਹਨਾਂ ਨੇ ਨੀਤੀਆਂ ਚੋਣਾਂ ਨੂੰ ਧਿਆਨ ਰੱਖਦੇ ਕੀਤੀਆਂ ਹੁਣ ਬਣਾਈਆਂ, ਉਹ ਪਿਛਲੇ 3 ਸਾਲਾਂ 'ਚ ਨਹੀਂ ਸੀ ਬਣਾਈਆਂ। ਹੁਣ ਇੱਕਦਮ ਉਹਦੇ ਲਈ ਫੰਡ ਚਾਹੀਦੇ ਆ, ਪੈਸਾ ਚਾਹੀਦਾ, ਤਾਂ 20,000 ਕਰੋੜ ਰੁਪਏ ਕਰਜ਼ਾ ਵਧਣ ਦਾ ਹੁਣ ਅਸਾਰ ਦਿਖਦੇ ਆ। 2,53,000 ਕਰੋੜ ਤੋਂ ਤਕਰੀਬਨ 2,73,000 ਕਰੋੜ ਦੇ ਅਨੁਮਾਨ ਲਾਏ ਜਾਂਦੇ ਆ। ਤਾਂ ਜਦੋਂ ਇਸ ਤੋਂ ਬਾਅਦ ਅਗਲੀ ਗਵਰਨਮੈਂਟ ਆਊ, ਚਾਹੇ ਉਹ ਇਹੀ ਆਉਣ ਜਾਂ ਦੂਜੀ ਤੇ ਆਵੇ, ਤਾਂ ਉਹਨਾਂ ਕੋਲੇ ਸਿੱਧਾ ਬਹਾਨਾ ਆਊ ਕਿ ਖਜ਼ਾਨਾ ਖਾਲੀ ਹੈ। ਹਾਂ, ਐਕਚੁਅਲ 'ਚ ਖਾਲੀ ਵੀ ਹੋਊਗਾ ਤੇ ਕੁਛ ਉਹ ਆਪਣੀਆਂ ਨਾਕਾਮੀਆਂ ਛੁਪਾਉਣ ਦਾ
ਇਹ ਵੀ ਕੱਢਣਗੇ ਕਿ ਖਜ਼ਾਨਾ ਖਾਲੀ ਹੈ ਜੀ, ਇਸ ਤਾਂ ਪਿਛਲੀ ਗਵਰਨਮੈਂਟ 20,000 ਕਰੋੜ ਦਾ ਇੰਨਾ ਕਰਜ਼ਾ ਚੜਾ ਗਈ, ਸਾਡੇ ਕੋਲ ਤਾਂ ਪੈਸੇ ਹੈ ਨਹੀਂ ਹੁਣ। ਚੌਥੀ ਖਾਮੀ ਜਿਹੜੀ ਮੈਂ ਮੇਨ ਦੱਸਣਾ ਚਾਹੂੰਗਾ, ਇੱਕ ਜੁਮਲਾ ਹੋਰ ਛੱਡਿਆ ਇਹਨਾਂ ਨੇ ਵੀ ਕਮਜ਼ੋਰ ਵਰਗ ਨੂੰ 5 ਕਿਲੋ ਆਟਾ ਫ੍ਰੀ ਦੇਣਾ 1 ਮਹੀਨੇ ਦਾ। ਕੀ 1 ਮਹੀਨੇ ਦਾ 5 ਕਿਲੋ ਆਟਾ ਕਾਫੀ ਹੈ? ਦੂਜੀ ਫਿਰ ਤੋਂ ਉਹੀ ਗੱਲ ਵੀ ਤੁਹਾਡੇ ਤੋਂ ਕਿੰਨੇ ਮੰਗਿਆ? ਜਿਹੜੀਆਂ ਚੀਜ਼ਾਂ ਸਮਾਜ ਮੰਗ ਰਿਹਾ ਉਹ ਤਾਂ ਤੁਸੀਂ ਦੇ ਨਹੀਂ ਰਹੇ। 5 ਕਿਲੋ ਆਟੇ ਨਾਲ ਤੁਸੀਂ ਕੀ ਜਿਤਾਉਣਾ ਚਾਹੁੰਦੇ ਆ? ਉਹੀ ਕਮਜ਼ੋਰ ਵਰਗ ਨੂੰ ਜਿਹੜਾ ਤੁਸੀਂ 5 ਕਿਲੋ ਆਟੇ ਲਈ ਪੈਸਾ ਲਾਓਗੇ, ਕੋਈ ਰੁਜ਼ਗਾਰ ਦਿਓ ਉਹਨੇ ਪੈਸਿਆਂ ਦਾ, ਉਹ ਆਪਦੀ ਇੱਜ਼ਤ ਦੇ ਨਾਲ ਆਪਦਾ ਆਟਾ ਕਮਾ ਕੇ ਖਾਊਗਾ। ਕੱਲੀ ਆਟਾ ਹੀ ਨਹੀਂ ਲੋੜ ਹੁੰਦੀ, ਦਵਾਈਆਂ ਹੋ ਗਈਆਂ, ਹੋਰ ਕਬੀਲਦਾਰੀਆਂ 100 ਹੁੰਦੀਆਂ ਜਿਨ੍ਹਾਂ ਦੀ ਲੋੜ ਹੁੰਦੀ ਹੈ। 5 ਕਿਲੋ ਆਟਾ ਦੇ ਕੇ ਬਿਜਲੀ ਦਾ ਜਿਹੜਾ ਬਿੱਲ ਉਹਦੇ ਰਾਹੀਂ ਵਾਪਸ ਲੈ ਲੈਣਾ। ਬਿਜਲੀ ਦੇ ਰੇਟ ਅੱਜ ਕਿਤੇ ਦੀ ਕਿਤੇ ਪਹੁੰਚ ਗਏ, ਗਰੀਬ ਬੰਦਾ ਕਿੱਥੋਂ ਅਫੋਰਡ ਕਰ ਲੂ? ਕੱਲਾ ਆਟਾ ਹੀ ਲੋੜ ਨਹੀਂ ਹੁੰਦੀ। ਤੇ ਤੁਸੀਂ ਇਹ ਵੀ ਇਸ ਬਜਟ ਤੋਂ ਪੰਜਾਬ ਦੇ ਲੋਕਾਂ ਦੀ ਕੋਈ ਖਾਸ ਬਹੁਤ ਜ਼ਿਆਦਾ ਨਜ਼ਰ ਸੀਗੀ ਤੇ ਬਹੁਤ ਵੱਡੀ ਉਮੀਦ ਸੀ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਸਰਕਾਰ ਕੁਛ ਨਾ ਕੁਛ ਰਾਹਤ ਦੇਊਗੀ, ਤੇ ਇਹਦੇ ਬਾਰੇ ਵੀ ਬਜਟ ਦੇ ਵਿੱਚ ਕੋਈ ਖਾਸ ਗੱਲ ਸੁਣਨ ਨੂੰ ਨਹੀਂ ਮਿਲੀ। ਦੇਖੋ, ਜੋ ਅੱਜ ਤੇਲ ਦੀਆਂ ਕੀਮਤਾਂ ਦਾ ਹਾਲ ਆ, ਆਮ ਬੰਦੇ ਦੇ ਵੱਸ ਤੋਂ ਬਾਹਰ ਹੋਈ ਜਾਂਦਾ। ਪਰ ਸਟੇਟ ਗਵਰਨਮੈਂਟਾਂ ਨੂੰ ਇਹਦਾ ਕੀ ਫਾਇਦਾ ਮਿਲਦਾ ਵੀ ਸਾਰੇ ਦਾ ਸਾਰਾ ਦੋਸ਼ ਸੈਂਟਰ ਤੇ ਮੜ ਹੋਏਗਾ। ਹਾਲਾਂਕਿ ਸਟੇਟ ਗਵਰਨਮੈਂਟਾਂ ਦਾ ਵੀ ਇਹਦੇ 'ਚ ਟੈਕਸ ਬਹੁਤ ਹੁੰਦਾ ਹੈਗਾ, ਪਰ ਜੋ ਇੱਕ ਹਵਾ ਚੱਲਦੀ ਹੁੰਦੀ ਆ ਕਿ ਸੈਂਟਰ ਗਵਰਨਮੈਂਟ ਵਿੱਚ ਸੈਂਟਰ ਦੀ ਬਦਨਾਮੀ ਹੋਣੀ ਵੀ ਚਾਹੀਦੀ ਆ ਕਿਉਂਕਿ ਉਹਨਾਂ ਦਾ ਕੋਈ ਕੰਟਰੋਲ ਨਹੀਂ ਰਿਹਾ ਉਸ ਤੇ, ਪਰ ਸਟੇਟ ਆਪਦੇ ਲੈਵਲ ਤੇ ਵੀ ਤਾਂ ਕੁਝ ਕਰ ਸਕਦਾ। ਇਸ ਵਾਰ ਬਜਟ ਸੀ, ਅਗਲੇ ਸਾਲ ਚੋਣਾਂ ਆਉਂਦੀਆਂ ਗਾ, ਕੁਛ ਨਾ ਕੁਛ ਤਾਂ ਘਟਾਉਂਦੇ। ਆਪਦਾ ਅੱਧਾ ਟੈਕਸ ਹੀ ਘਟਾ ਦਿੰਦੇ, ਅੱਧਾ ਟੈਕਸ ਹੀ ਘਟਾ ਦਿੰਦੇ। 5 ਰੁਪਏ ਸਸਤਾ ਹੋ ਜਾਂਦਾ, 5 ਰੁਪਏ ਨਾਲ ਬਹੁਤ ਫਰਕ ਪੈ ਜਾਂਦਾ। ਹੋਰ 3 ਮਹੀਨਿਆਂ ਨੂੰ ਜਦੋਂ ਝੋਨੇ ਦੀ ਫਸਲ ਆ ਜਾਊਗੀ ਉਹਦੇ ਨਾਲ ਕਿੰਨਾ ਫਾਇਦਾ ਹੋਊਗਾ? ਤਾਂ ਸੈਂਟਰ ਤਾਂ ਸਾਡੀ ਝੋਨੇ ਦੀ ਫਸਲ ਉਹਦੇ ਲਈ ਤਾਂ ਕੋਈ ਮਤਲਬ ਹੀ ਨਹੀਂ ਰਿਹਾ, ਉਹ ਤਾਂ ਕਿਸਾਨਾਂ ਦੇ ਪਹਿਲਾਂ ਹੀ ਐਂਟੀ ਹੋਏ ਪਏ ਆ, ਉਹ ਤਾਂ ਚਾਹੁੰਦੇ ਆ ਕਾਰਪੋਰੇਟਾਂ ਦੇ ਹੱਥਾਂ 'ਚ ਜਾਵੇ। ਤਾਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਤਾਂ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਸੀਗਾ ਵੀ ਆਪਦੇ ਟੈਕਸ ਕੁਛ ਘਟਾਈਏ ਅਸੀਂ। ਇਹੀ ਹਾਲ ਗੈਸ ਦਾ ਹੋਇਆ ਵਾ, ਸਟੇਟ ਸਬਸਿਡੀ ਜਿਹੜੀ ਦਿੰਦੀ ਆ ਉਹ ਵਧਾਉਣੀ ਚਾਹੀਦੀ ਸੀਗੀ। ਹੁਣ ਬਿਜਲੀ ਲਈ ਇਹਨਾਂ ਨੇ, ਬਿਜਲੀ ਦੇ ਵੀ ਰੇਟ ਜਿਹੜੇ 10-11 ਰੁਪਏ ਹੋ ਗਏ ਆ, ਬਿਜਲੀ ਲਈ ਇਹਨਾਂ ਨੇ ਅਲੱਗ ਤੋਂ ਰਾਖਵਾਂ ਬਜਟ ਦਿੱਤਾ ਤਾਂ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਉਹਦੇ ਕੋਈ ਰੇਟ ਘਟਾਉਣਗੇ। ਉਹ ਜਿਹੜਾ ਉਹ ਬਜਟ ਆ ਉਹ ਬਿਜਲੀ ਦੇ ਮਹਿਕਮੇ ਤੇ ਸੁਧਾਰ ਤੇ ਲੱਗੂਗਾ, ਜਿਹੜੀ ਆਮ ਜਨਤਾ ਦੇ ਉੱਤੇ ਰੇਟਾਂ ਦੇ ਪ੍ਰਭਾਵ ਪੈ ਰਹੇ ਉਹ ਤਾਂ ਉਵੇਂ ਹੀ ਚੱਲਣ। ਮਤਲਬ ਕਿ ਉਹ ਤਾਂ ਸਿਰਫ ਇਨਫਰਾਸਟ੍ਰਕਚਰ ਵਾਸਤੇ ਹੋਣਾ। ਜੀ। ਤੇ ਫਿਰ ਜਦੋਂ ਕੀ ਨਾ ਲੈਂਦੇ ਆ ਬਜਟ ਦੀ ਕੁੱਲ ਮਿਲਾ ਕੇ ਅਸੀਂ ਓਵਰਆਲ ਵੇਖਦੇ ਆ, ਬਹੁਤ ਸਾਰੀਆਂ ਕਮੀਆਂ ਵੀ ਹੈ ਤੇ ਕੁਝ ਚੰਗੀਆਂ ਚੀਜ਼ਾਂ ਵੀ ਹੈਗੀਆਂ ਜੀ। ਤੇ ਇਹਨੂੰ ਕੁੱਲ ਮਿਲਾ ਕੇ ਤੁਸੀਂ ਕਿੰਨੀ ਕੁ ਰੇਟਿੰਗ ਦਿੰਦੇ ਹੋ ਤੇ ਕਿੰਨਾ ਕੁ ਸਹੀ ਇਹਨੂੰ ਮੰਨਦੇ ਹੋ, ਲੋਕ ਹਿੱਤ ਦਾ ਕਿੰਨਾ ਕੁ ਮੰਨਦੇ ਹੋ? ਦੇਖੋ, ਬਜਟ ਇਸ ਵਾਰ ਕਾਫੀ ਵੱਡਾ ਤਾਂ ਉਹਦਾ ਕਾਫੀ ਵੱਡਾ ਰੱਖਿਆ। ਕੁਛ ਤਾਂ ਉਹਦੀ ਜਿਹੜੀ ਕੁੱਲ ਰਾਸ਼ੀ ਆ ਉਹ ਵਧਾਈ ਆ ਪਿਛਲੇ ਸਾਲਾਂ ਨਾਲੋਂ, ਪਿਛਲੇ 3 ਸਾਲਾਂ ਨਾਲੋਂ ਮਿਲਾ ਕੇ ਵੇਖੀਏ ਔਨ ਦੀ ਕਨਕਲੂਜਨ ਤਾਂ ਇਹੀ ਪਹੁੰਚਦਾ ਵੀ ਬਾਕੀ ਨਾਲੋਂ ਬਜਟ ਚੰਗਾ। ਇਹ ਕਮੀਆਂ ਤਾਂ ਹੋਣੀਆਂ ਹੀ ਹੁੰਦੀਆਂ, ਇੱਕੋ ਸਾਲ 'ਚ ਪਰਫੈਕਟ ਨਹੀਂ ਹੋਇਆ ਜਾਂਦਾ। ਜੇ ਅਸੀਂ ਸ਼ੁਰੂਆਤ ਤੋਂ ਸਟਾਰਟਿੰਗ ਕਰਾਂਗੇ ਤਾਂ ਸ਼ਾਇਦ ਇਹ ਬਜਟ ਹੋਰ ਵੀ ਚੰਗਾ ਹੋਣਾ ਸੀ, ਪਰ ਜਿਹੜਾ ਸਿੱਟਾ ਇਹ ਨਿਕਲਦਾ, ਇਹ ਬਜਟ ਸਿਰਫ ਚੋਣਾਂ ਦੇ ਦੁਆਲੇ ਹੀ ਘੁੰਮਦਾ। ਜੇ ਆਪਾਂ ਕਹੀਏ ਵੀ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਹੋ ਜਾਊਗੀ ਤੇ ਸਾਨੂੰ ਇਹੋ ਜਿਹੇ ਬਜਟ ਫਿਰ ਮਿਲਣਗੇ ਦੇਖਣ ਨੂੰ, ਤਾਂ ਉਹ ਜੇ ਪਿਛਲੇ 3 ਬਜਟਾਂ ਦੇ ਝਾਤ ਮਾਰੀਏ ਤਾਂ ਨਹੀਂ ਲੱਗਦਾ। ਮਤਲਬ ਕਿ ਮੰਨ ਲਓ, ਆਪਾਂ ਇਹ ਨਹੀਂ, ਅਸੀਂ ਕਿਹੜਾ ਦਾਅਵਾ ਕਰ ਰਹੇ ਹਾਂ, ਅਸੀਂ ਤਾਂ ਇੱਕ ਫੋਰ ਐਗਜ਼ਾਮਪਲ ਮੰਨ ਰਹੇ ਹਾਂ ਕਿ ਜੇ ਕਾਂਗਰਸ ਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਪਿਛਲੇ 3 ਸਾਲਾਂ ਵਰਗੇ ਬਜਟ ਫਿਰ ਅਗਲੇ 3 ਸਾਲ ਹੋਣਗੇ, ਆਉਣੇ ਹੀ ਆ ਨਾ ਜੀ। ਕਿਉਂਕਿ ਅਰਥ ਵਿਵਸਥਾ ਵੀ ਤਾਂ ਦੇਖਣੀ ਪਊਗੀ ਨਾਲ। ਜਦੋਂ ਤੁਸੀਂ 3 ਸਾਲ 4 ਸਾਲ ਕੁਛ ਨਹੀਂ ਕਰਦੇ, ਫਿਰ ਇੱਕੋ ਸਾਲ ਉਹਨੂੰ ਝਟਕਾ ਲਾਈ ਜਾਂਦੇ ਹੋ, ਸਾਡੇ ਫੰਡ ਇੱਕਦਮ ਖਿੱਚੇ ਜਾਂਦੇ ਆ, ਫਿਰ ਉਹਨਾਂ ਨੂੰ ਸਟੇਬਲ ਕਰਨ ਲਈ ਫਿਰ ਤੋਂ 3-4 ਸਾਲ ਚਾਹੀਦੇ ਹੁੰਦੇ ਆ। ਪਹਿਲਾਂ 3 ਸਾਲ ਕਹੀ ਗਏ ਖਜ਼ਾਨਾ ਖਾਲੀ ਹੈ ਤੇ ਹੁਣ ਖਜ਼ਾਨਾ ਇੱਕਦਮ ਭਰ ਗਿਆ। ਇਹ ਸਿਰਫ ਚੋਣਾਂ ਦੇ ਆਲੇ ਦੁਆਲੇ ਘੁੰਮਦਾ ਹੋਇਆ ਬਜਟ ਸੀ। ਹਲੇ ਵੀ ਤਾਂ ਸਿਰਫ ਅੰਕੜੇ ਹੀ ਆਏ ਆ, ਬਜਟ ਨੇ ਖਰਾ ਤਾਂ ਹਜੇ ਸਾਲ 'ਚ ਉਤਰਨਾਗਾ, ਦੇਖੋ ਕੀ ਬਣਦਾ। ਹਜੇ ਤਾਂ ਸਿਰਫ ਜੁਮਲੇਬਾਜ਼ੀ ਆ। ਤੇ ਆਪਣੀ ਜਿਹੜੀ ਵਿਚਾਰ ਚਰਚਾ ਆਪਾਂ ਉਹਨੂੰ ਵਿਰਾਮ ਦਈਏ ਤੇ ਸਮਾਂ ਵੀ ਹੋ ਗਿਆ ਲੱਗਦਾ ਹੈ। ਤੇ ਦਰਸ਼ਕਾਂ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਦੇ ਆ ਜਾਂ ਤੁਸੀਂ ਇਹਦੇ ਵਿੱਚ ਕੁਝ ਸੁਧਾਰ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਫੀਡਬੈਕ ਜ਼ਰੂਰ ਦਿਓ। ਸਾਡੇ ਚੈਨਲ ਪੰਜਾਬ ਸਟਾਰ ਟੀਵੀ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਵੀ ਫੋਲੋ ਕਰੋ। ਫੇਸਬੁੱਕ ਦਾ ਪੇਜ ਹੈ ਜੀ ਪੰਜਾਬ ਸਟਾਰ ਟੀਵੀ, ਉਹਨੂੰ ਵੀ ਤੁਸੀਂ ਲਾਈਕ ਤੇ ਫੋਲੋ ਕਰ ਸਕਦੇ ਹੋ। YouTube ਤੇ ਵੀ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ Instagram ਤੇ ਵੀ ਤੁਸੀਂ ਸਾਨੂੰ ਮਿਲ ਸਕਦੇ ਹੋ। ਸਾਰੀਆਂ ਅਪਡੇਟ ਲਈ
ਤੁਸੀਂ ਜੁੜੇ ਰਹੋ ਪੰਜਾਬ ਸਟਾਰ ਟੀਵੀ ਦੇ ਨਾਲ। ਸਾਨੂੰ ਅਨਮੁੱਲਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।